ਬਲੂ ਸਟਾਰ ਦੀ 38ਵੀਂ ਬਰਸੀ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਗਰਮ ਖਿਆਲੀ ਧੜਿਆਂ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾ ਕੇ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋਗ ਇਹ ਹੈ ਕਿ 6 ਜੂਨ 1984 ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਹੋਏ ਕਤਲੇਆਮ ਤੋਂ ਬਾਅਦ ਅੱਜ ਬਲੂ ਸਟਾਰ ਦੀ 38ਵੀਂ ਬਰਸੀ ਮਨਾਈ ਗਈ। ਅੰਮ੍ਰਿਤਸਰ ਤੋਂ ਜਤਿਨ ਕੁਮਾਰ ਦੀ ਖਾਸ ਰਿਪੋर्ट IBN 7 खबरनामा, हर खबर सच के साथ। जिंदाबाद खालिस्तान जिंदाबाद खालिस्तान जिंदाबाद खालिस्तान जिंदाबाद। ਮਾਈ ਸਾਹਿਬ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਿੱਖ ਕੌਮ ਨੇ ਹੁੰਗਾਰਾ ਨਹੀਂ ਸੀ ਦਿੱਤਾ, ਤਾਂ ਕੀ ਤੁਹਾਨੂੰ ਲੱਗਦਾ ਇਸ ਲੋਕ ਸਭਾ ਚੋਣਾਂ ਦੇ ਵਿੱਚ ਸਿੱਖ ਕੌਮ ਤੁਹਾਡੇ ਨਾਲ ਖਲੋਵੇਗੀ? ਇਹ ਤਾਂ ਤੁਸੀਂ ਲਿਆਉਣੀ ਹੈ ਸਿੱਖ ਕੌਮ ਨੂੰ ਹੱਥ ਦੇ ਵਿੱਚ, ਤਾਂ ਡੋਡੇ ਤੁਸੀਂ ਪੜੇ ਹੋਏ ਆ ਕਿ ਮੈਂ ਪੜੇ ਹੋਏ ਆ। ਇਹ ਕੀ ਲੱਗਦਾ ਹੈ ਜਿਹੜੀ ਭੁੱਲ ਕੀਤੀ ਆ ਵਿਧਾਨ ਸਭਾ ਚੋਣਾਂ 'ਚੋਂ ਇਸ ਵਾਰ ਲੋਕ ਸਭਾ ਚੋਣਾਂ 'ਚ ਪੂਰੀ ਹੋ ਜੂਗੀ? ਕਿਹੜੀ ਭੁੱਲ ਕੀਤੀ ਹੈ? ਲੋਕਾਂ ਨੇ ਜਿਹੜੀ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਅੱਗੇ ਆਉਣਾ ਚਾਹੀਦਾ, ਸਾਰੀ ਸਿੱਖ ਸੰਗਤ ਮੰਗ ਕਰਦੀ ਸੀ। ਲੋਕਾਂ ਨੇ ਭੁੱਲ ਨਹੀਂ ਕੀਤੀ। EVM ਮਸ਼ੀਨ RSS ਦੇ ਹੱਥ ਦੇ ਵਿੱਚ ਹੈ। RSS ਦੀ ਸੈਂਟਰ ਦੀ ਸਰਕਾਰ ਹੈ ਤੇ RSS ਨੇ ਆਮ ਪਾਰਟੀ ਦੀ ਜਿੱਤ ਕਰਾਈ ਹੈ EVM ਮਸ਼ੀਨਾਂ ਦੇ ਰਾਹੀਂ। ਤਦੇ ਕਤਲ ਹੋ ਰਹੇ ਹੈ, ਲਾਅ ਐਂਡ ਆਰਡਰ ਬਿਲਕੁਲ ਖਰਾਬ ਹੋ ਗਿਆ ਹੈ। ਮੂਸੇਵਾਲ ਸਾਹਿਬ ਨੂੰ ਮਾਰਿਆ ਗਿਆ ਹੈ, ਸੰਦੀਪ ਸਿੰਘ ਸਿੱਧੂ ਨੂੰ ਮਾਰਿਆ ਗਿਆ, ਸ਼ਹੀਦ ਕੀਤਾ ਗਿਆ ਹੈ। ਅਸੀਂ ਮੰਗਦੇ ਹਾਂ ਕਿ ਯੂਨਾਈਟਿਡ ਨੇਸ਼ਨ ਦੀ ਤਫਤੀਸ਼ ਮੂਸੇਵਾਲ ਤੇ ਸਿੱਧੂ ਦੀ ਹੋਵੇ, ਜਿਵੇਂ ਲੈਬਨਾਨ ਦੇ ਪ੍ਰਾਈਮ ਮਿਨਿਸਟਰ ਹਰਾਰੀ ਦੀ ਕਤਲ ਦੀ ਤਫਤੀਸ਼ UN ਨੇ ਕੀਤੀ ਸੀ। ਨਾਲ ਦੇ ਮੁਲਕ ਬੇਨਜ਼ਾਰ ਭੁੱਟੋ ਦੇ ਕਤਲ ਦੀ ਕੇਸ ਦੀ ਤਫਤੀਸ਼ UN ਨੇ ਕੀਤੀ ਸੀ। ਸਾਨੂੰ ਹਿੰਦ ਦੀ ਸਰਕਾਰ ਦੇ ਉੱਤੇ ਭਰੋਸਾ ਨਹੀਂ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ UN ਮੂਸੇਵਾਲ ਤੇ ਸਿੱਧੂ ਸਾਹਿਬ ਦੀ ਤਫਤੀਸ਼ ਕਰੇ। ਰਾਜੋਆਣੇ ਜੀ ਦੀ ਬੀਤੇ ਗੱਲ ਭੈਣ ਆਉਂਦੇ ਨੇ, ਕਹਿੰਦੇ ਨੇ ਕਿ ਮੈਂ ਮਾਨ ਸਾਹਿਬ ਨਾਲ ਗੱਲ ਕਰਦੀ ਹਾਂ ਕਿ ਅਸੀਂ ਇਕੱਠੇ ਰਲ ਕੇ ਸਹਿਮਤੀ ਦੇ ਨਾਲ ਇੱਕ ਬੰਦਾ ਖੜਾ ਹੋ ਕੇ ਅਸੀਂ ਜਿੱਤ ਸਕਦੇ ਹਾਂ। ਉਹਨਾਂ ਦੇ ਵਿੱਚੋਂ ਜਿੰਨੇ ਕੈਦ ਜ਼ਿਆਦਾ ਕੱਟੀ ਹੈ ਜੀ ਬੀਬੀ ਜੀ ਉਹਦਾ ਫੈਸਲਾ ਕਰ ਲੈਣ ਕਿ ਤੁਸੀਂ ਜ਼ਿਆਦਾ ਕੱਟੀ ਹੈ ਕਿ ਜਿਹਦਾ ਨਾਂ ਲੈਂਦੇ ਉਹਨੇ ਜ਼ਿਆਦਾ ਕੈਦ ਕੱਟੀ ਹੈ। ਸਵਾਲ ਹੈਗਾ ਕੈਦੀਆਂ ਦਾ। CM ਭਗਵੰਤ ਮਾਨ ਕੱਲ੍ਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮਿਲਣ ਆਏ ਆ। ਪਹਿਲਾਂ ਸਿਕਿਉਰਿਟੀ ਵਾਪਸ ਕੀਤੀ ਜਾਂਦੀ ਆ, ਫਿਰ ਸਿਕਿਉਰਿਟੀ ਬਹਾਲ ਕੀਤੀ ਜਾਂਦੀ ਆ। ਕਿਵੇਂ ਦੇਖਦੇ ਮਾਨ ਸਾਹਿਬ ਦੇ ਫੈਸਲੇ ਨੂੰ ਕਿਤਾ ਵੇਖ ਲਓ, ਰਾਤ ਨੂੰ ਫੈਸਲਾ ਹੋ ਰਿਹਾ ਤਾਂ ਦਿਨੇ ਫੈਸਲਾ ਹੋ ਜੀ। ਯੂ ਟਰਨ ਵਜਦਾ ਇੱਕੋ ਦਮ। ਇਹ ਤੁਹਾਡੀ ਚੁਣੀ ਹੋਈ ਸਰਕਾਰ ਹੈ, ਇਹ ਥੁੱਕ ਕੇ ਚੱਟੀ ਜਾਂਦੇ ਆ। ਹੋਰ ਮੈਂ ਕੀ ਕਹਿ ਸਕਦਾ? ਕੇਂਦਰ ਸਰਕਾਰ ਬੇਸ਼ਰਮ ਲੋਕ ਹੈ। ਮਾਨ ਸਾਹਿਬ ਦੀ ਗੱਲ ਕਰੀਏ, ਦੀਪ ਸਿੱਧੂ ਨੇ ਤੁਹਾਡੀ ਸਪੋਰਟ ਕੀਤੀ, ਸਿੱਧੂ ਮੂਸੇਵਾਲੇ ਨੇ ਸਪੋਰਟ ਕੀਤੀ ਆ। ਜਿਹੜਾ ਵੀ ਵਿਅਕਤੀ ਤੁਹਾਡੀ ਸਪੋਰਟ ਦੇ ਵਿੱਚ ਉਤਰਦਾ ਹੈ ਤਾਂ ਉਹਦੇ ਤੇ ਇਸੇ ਤਰੀਕੇ ਨਾਲ ਹਮਲਾ ਹੋ ਜਾਂਦਾ। ਕਿਵੇਂ ਵੇਖਦੇ ਹੋ? ਕਿਤੇ ਨਾ ਕਿਤੇ ਢਾਲ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਤੂੰ ਨਾ ਮੇਰੀ ਸਪੋਰਟ ਕਰੇ ਤੈਨੂੰ ਵੀ ਠੋਕ ਦੇਣਗੇ। ਠੀਕ ਹੈ ਜੀ। ਲਿਆਕਤ ਵਾਲਾ ਸਵਾਲ ਪੁੱਛੋ ਯਾਰ, ਕੋਈ ਲਿਆਕਤ। ਤੁਸੀਂ ਕਹੋ ਪਾਰਲੀਮੈਂਟ ਜਾ ਕੇ ਕੀ ਕਰੋਗੇ? ਲੱਗਦਾ ਉਹਨਾਂ ਨੂੰ ਸਿਕਿਉਰਿਟੀ ਦੀ ਲੋੜ ਹੈ ਕਿਉਂਕਿ ਜਿਹੜੇ ਸਟੈਂਡ ਉੱਪਰ ਬੈਠੇ ਹੋਏ ਸਿੱਖ ਨੂੰ ਸਟੇਟ ਬਲੂ ਸਟਾਰ ਤੋਂ ਬਾਅਦ ਕਿਸੇ ਸਿੱਖ ਨੂੰ ਸਟੇਟ ਦੀ ਸਿਕਿਉਰਿਟੀ ਨਹੀਂ ਲੈਣੀ ਚਾਹੀਦੀ। ਕੱਲ ਮੈਨੂੰ ਸਿਕਿਉਰਿਟੀ ਮਿਲਦੀ ਸੀ, ਮੈਂ ਕਿਹਾ ਕਿ ਮੈਨੂੰ ਮੌਤ ਕਬੂਲ ਹੈ ਪਰ ਇੰਡੀਅਨ ਸਟੇਟ ਦੀ ਸਿਕਿਉਰਿਟੀ ਮੈਂ ਨਹੀਂ ਲੈਣੀ ਹੈ। ਸਾਡੇ ਲਈ ਸਿੱਖਾਂ ਲਈ ਜ਼ਹਿਰ ਹੈ ਹਿੰਦ ਸਟੇਟ ਦੀ ਸਿਕਿਉਰਿਟੀ ਲੈਣੀ। ਪਾਰਲੀਮੈਂਟ ਜਾ ਕੇ ਕੀ ਕਰੋਗੇ? ਮਾਨ ਸਾਹਿਬ ਪਾਰਲੀਮੈਂਟ ਜੇ ਤੁਹਾਨੂੰ ਸੰਗਰੂਰ ਲੋਕ ਹਲਕੇ ਦੇ ਲੋਕ ਫਤਵਾ ਦਿੰਦੇ ਆ ਤਾਂ ਪਾਰਲੀਮੈਂਟ ਜਾ ਕੇ ਕੀ ਕਰੋਗੇ ਸਿੱਖ ਕੌਮ ਵਾਸਤੇ ਜਾਂ ਪੰਜਾਬ ਵਾਸਤੇ? ਸਾਰਾ ਕੁਝ ਕਰੂੰਗਾ ਜਿਹੜਾ ਸਾਡਾ ਏਜੰਡੇ ਦੇ ਉੱਤੇ ਹੈ।
ਤੇ ਹੁਣ ਤੇ ਜੇ ਦੀ ਗੱਲ ਨਾ ਕਰੋ, ਸੰਗਰੂਰ ਦੀ ਸੰਗਤ ਨੇ ਮੈਨੂੰ ਸਪੋਰਟ ਦੇ ਦਿੱਤੀ ਹੈ। ਜੀ ਜੇ ਗੱਲ ਕਰੋ ਬੰਦੀ ਸਿੰਘਾਂ ਤੋਂ ਇਲਾਵਾ ਹੋਰ ਕਿਹੜੇ ਮੁੱਦੇ ਵੀ ਚੁੱਕੇ ਜਾਣਗੇ ਜੀ? ਬਾਰਡਰ ਖੋਲ੍ਹਿਆ ਜਾਊਗਾ, ਜ਼ਿਮੀਂਦਾਰਾਂ ਦੀਆਂ ਜਿਨਸਾਂ, ਲਾਲੇ ਬਾਣੀਆਂ ਦਾ ਵਪਾਰ ਬਾਰਡਰ ਤੋਂ ਟੱਪੂਗਾ, ਪੰਜਾਬ ਦੇ ਵਿੱਚ ਖੁਸ਼ਹਾਲੀ ਆਊਗੀ, ਜ਼ਿਮੀਂਦਾਰਾਂ ਤੇ ਕਿਸਾਨ ਮਜ਼ਦੂਰਾਂ ਦੇ ਕਰਜ਼ੇ ਖਤਮ ਹੋ ਜਾਣਗੇ, ਪਾਣੀਆਂ ਦਾ ਮਸਲਾ ਚੱਕਾਂਗੇ, ਔਰ ਪੰਜਾਬੀ ਬੋਲਦੇ ਇਲਾਕੇ ਹਿਮਾਚਲ, ਹਰਿਆਣੇ, ਚੰਡੀਗੜ੍ਹ 'ਚ ਜਿਹੜੇ ਰਹਿ ਗਏ ਹੈ, ਰਾਜਸਥਾਨ 'ਚ, ਉਹ ਵਾਪਸ ਲਵਾਂਗੇ। ਔਰ ਅਸੀਂ ਮੋਦੀ ਨੂੰ ਕਹਾਂਗੇ ਕਿ ਜਦੋਂ ਵੀ ਹਿੰਦੁੱਤਵਾਦੀ ਸਰਕਾਰ ਆਉਂਦੀ ਹੈ, ਚੀਨ ਤੁਹਾਡੇ ਉੱਤੇ ਭਾਰੀ ਹੋ ਜਾਂਦੀ ਹੈ। 2020 ਦੇ ਵਿੱਚ ਮੋਦੀ ਦੀ ਸਰਕਾਰ ਤੇ ਇੰਡੀਆ ਫੌਜ ਨੇ 900 ਕਿਲੋਮੀਟਰ ਧਰਤੀ ਲਦਾਖ ਦੀ ਚੀਨ ਨੂੰ ਲਟਾਤੀ ਹੈ, ਜਿਹੜੀ ਸ਼ਰਮ ਦੀ ਗੱਲ ਹੈ। ਮਾਨ ਸਾਹਿਬ ਦੀ ਗੱਲ ਕਰੀਏ, ਕਾਂਗਰਸ ਦੇ ਕਾਫੀ ਵਿਧਾਇਕ ਸਾਬਕਾ ਮੰਤਰੀ ਜਿਹੜੇ ਬੀਜੇਪੀ ਭਾਜਪਾ 'ਚ ਸ਼ਾਮਲ ਹੋ ਰਹੇ, ਕਿਵੇਂ ਵੇਖਦੇ ਹੋ ਤੁਸੀਂ ਜੀ? ਇਸੇ ਬੀਜੇਪੀ ਨੂੰ ਕਿਸਾਨੀ ਮੋਰਚੇ ਵੇਲੇ ਮਾੜਾ ਚੰਗਾ ਬੋਲਦੇ ਸੀਗੇ। ਹੁਣ ਉਮੀਦਵਾਰ ਵੀ ਜਿਹੜਾ ਸੰਗਰੂਰ ਹਲਕੇ ਦਾ ਐਲਾਨ ਦਿੱਤਾ ਹੈ ਜੀ। ਇਹ ਦੇਖੋ, ਇਹ ਬੰਦੇ ਨਹੀਂ ਤਦੇ ਅਸੀਂ ਕਦੇ ਕਾਂਗਰਸ 'ਚ ਗਏ ਨਹੀਂ ਹੈ। ਜੇ ਆਪਾਂ ਬੰਦੇ ਹੈ ਜਾਂ ਮਾਈ ਭਾਗੋ ਹੈ ਤੇ ਫਿਰ ਉਹਨਾਂ ਦੇ ਲਈ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਹੈ, ਜਿਵੇਂ ਆ ਬੀਬੀ ਇੱਥੇ ਚੱਠਾ ਖੜੀ ਹੈ ਜੀ। ਧੰਨਵਾਦ, ਠੀਕ ਹੈ ਜੀ, ਠੀਕ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਾਡਾ ਮਹਾਨ ਸ਼ਹੀਦੀ ਦਿਵਸ ਹੈ ਤੇ 1984 ਦੇ ਵਿੱਚ ਸਿੱਖ ਕੌਮ ਦਾ ਪਹਿਲਾ ਆਜ਼ਾਦੀ ਦਾ ਜੰਗ ਸ਼ੁਰੂ ਹੋਇਆ ਸੀ, ਜਦੋਂ ਇੰਦਰਾ ਗਾਂਧੀ ਨੇ ਤੇ ਇਸ ਦੀਆਂ ਸਾਥੀ ਪਾਰਟੀਆਂ ਨੇ ਸੋਵੀਅਤ ਰੂਸ ਤੇ ਬਰਤਾਨੀਆ ਦੀ ਫੌਜ ਤੇ ਆਪਣੀ ਹਿੰਦ ਦੀ ਫੌਜ ਮਿਲਾ ਕੇ 3 ਪਰਮਾਣੂ ਹਥਿਆਰਾਂ ਨਾਲ ਲਾਂਸ ਫੌਜਾਂ ਨਾਲ ਸਟੇਟਲੈਸ ਸਿੱਖਸ ਦੇ ਉੱਤੇ ਹਮਲਾ ਕੀਤਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ, ਜਨਰਲ ਸ਼ਬੇਗ ਸਿੰਘ ਨੇ, ਭਾਈ ਅਮਰੀਕ ਸਿੰਘ ਨੇ, ਬਾਬਾ ਠਾਰਾ ਸਿੰਘ ਨੇ ਤੇ ਸਾਰੇ ਟਕਸਾਲੀ ਫੈਡਰੇਸ਼ਨ ਜਿੰਨੇ ਵੀ ਉੱਥੇ ਸਿੰਘ ਦਰਬਾਰ ਸਾਹਿਬ ਦੀ ਰੱਖਿਆ ਲਈ ਆਏ ਸੀ, ਬੱਬਰ ਵੀ ਸੀਗੇ, ਸਾਰੇ ਸੀਗੇ। 72 ਘੰਟੇ ਇਹ ਦੁਨੀਆ ਦੀਆਂ 3 ਵੱਡੀਆਂ ਫੌਜਾਂ 72 ਘੰਟੇ ਅੰਦਰ ਨਹੀਂ ਵੜਨ ਦਿੱਤੀਆਂ। ਟੈਂਕਾਂ ਦੇ ਨਾਲ ਲੜਾਈ ਵੀ ਹੋਈ, ਤੋਪਾਂ ਦੇ ਨਾਲ ਵੀ ਹੋਈ, ਹੈਲੀਕਾਪਟਰ ਗਨਸ਼ਿਪਸ ਦੇ ਨਾਲ ਵੀ ਹੋਈ, ਪਰ ਕਿਸੇ ਨੇ ਵੀ ਹੱਥ ਉੱਚੇ ਨਹੀਂ ਕੀਤੇ ਹੈ। ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆਖਰੀ ਆਪਣੇ ਅਕਾਲ ਤਖਤ ਸਾਹਿਬ ਦੇ ਬੰਕਰ ਚੋਂ ਨਿਕਲ ਕੇ ਜਿਹੜੇ 2 ਨਿਸ਼ਾਨ ਸਾਹਿਬ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਵਿਚਾਲੇ ਵਿਰਾਜਮਾਨ ਹਨ, ਉੱਥੇ ਜਾ ਕੇ ਸੰਤ ਜਰਨੈਲ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ। ਉਹਨਾਂ ਦੀ ਛਾਤੀ ਦੇ ਉੱਤੇ 74 ਗੋਲੀਆਂ ਲੱਗੀਆਂ ਹੋਈਆਂ ਸੀ। ਪਾਕਿਸਤਾਨ ਦਾ ਲਖਾਰੀ ਚੀਮਾ ਸਾਹਿਬ ਕਹਿੰਦਾ ਕਿ ਸਾਡਾ ਜਰਨੈਲ ਨਾਜ਼ੀ ਪਾਕਿਸਤਾਨ ਦਾ, ਜਿਨੇ ਬੰਗਲਾਦੇਸ਼ ਦੇ ਵਿੱਚ ਪਾਕਿਸਤਾਨ ਦਾ ਜਰਨੈਲ ਸੀ, ਉਸ ਨੇ 90,000 ਪਾਕਿਸਤਾਨੀ ਫੌਜੀ ਜਨਰਲ ਜਗਜੀਤ ਸਿੰਘ ਅਰੋੜੇ ਦੇ ਹਵਾਲੇ ਕਰਤੇ
ਜਿਹੜਾ ਇੰਡੀਅਨ ਕਮਾਂਡਰ ਸੀਗਾ ਤੇ ਚੀਮਾ ਲਖਾਰੀ ਕਹਿੰਦਾ ਕਿ ਜੇ ਸਾਡੇ ਜਰਨੈਲ ਨਾਜ਼ੀ ਦੇ ਚੀਚੀ ਦੇ ਉੱਤੇ ਥੋੜਾ ਜਿਹਾ ਖੂਨ ਨਿਕਲ ਆਉਂਦਾ ਤਾਂ ਅਸੀਂ ਸਮਝਦੇ ਸਾਡਾ ਜਰਨੈਲ ਲੜਿਆ ਹਿੰਦੁਸਤਾਨ ਦੇ ਖਿਲਾਫ। ਪਰ ਚੀਮਾ ਸਾਹਿਬ ਕਹਿੰਦੇ ਜਰਨੈਲਾਂ ਚੋਂ ਜਰਨੈਲ ਇੱਕੋ ਹੀ ਹੈ, ਉਹ ਹੈ ਜਰਨੈਲ ਸਿੰਘ ਭਿੰਡਰਾਂਵਾਲਾ। ਜਿਹਦੀ ਛਾਤੀ ਦੇ ਉੱਤੇ 74 ਗੋਲੀਆਂ ਲੱਗੀਆਂ ਤਾਂ ਜਾ ਕੇ ਸ਼ਹਾਦਤ ਪਾਈ। ਸੋ ਸਾਧ ਸੰਗਤ ਜੀ, ਸਾਡੀ ਪਾਰਟੀ ਬੰਦੀਆਂ ਨੂੰ ਛੁਡਾਉਣ ਦੇ ਲਈ ਅੱਜ 336 ਦਿਨ ਹੋ ਗਏ ਆ ਮੋਰਚੇ ਬਰਗਾੜੀ ਦੇ ਵਿੱਚ। ਸਾਡੇ ਕੋਲ ਫੜੀਆਂ ਜਾਂਦੀਆਂ ਉੱਥੇ ਮੇਰੇ ਕੋਲੇ ਕੈਦੀਆਂ ਦਾ ਸਵਾਲ ਲੈ ਕੇ ਸਰਦਾਰ ਸੁਖਬੀਰ ਸਿੰਘ SGPC ਦੇ ਪ੍ਰਧਾਨ ਧਾਮੀ ਸਾਹਿਬ, ਚੰਦੂ ਮਾਜਰਾ ਸਾਹਿਬ, ਬਠਿੰਡੇ ਤੋਂ ਭੁੰਦੜ ਸਾਹਿਬ ਆਏ ਸੀਗੇ। ਉਹਨਾਂ ਨੇ ਕਿਹਾ ਕਿ ਬੰਦੀਆਂ ਦਾ ਕੈਂਡੀਡੇਟ ਖੜਾ ਕਰੀਏ। ਮੈਂ ਕਿਹਾ ਕਿ ਤੁਸੀਂ ਸਲਾਹ ਲੈ ਕੇ ਆਏ ਹੋ ਕਿ ਆਰਡਰ ਦੇ ਕੇ ਆਏ ਹੋ। ਸਾਡੀ ਪਾਰਟੀ ਨੇ ਮੇਰਾ ਨਾਮ ਐਲਾਨ ਕਰ ਦਿੱਤਾ। ਪਾਰਟੀ ਤੋਂ ਮੈਂ ਪਿੱਛੇ ਹਟ ਨਹੀਂ ਸਕਦਾ। ਉਸ ਤੋਂ ਬਾਅਦ SGPC ਦੇ ਪ੍ਰਧਾਨ ਨੇ ਸੁਖਬੀਰ ਸਿੰਘ ਨੇ, ਚੰਦੂ ਮਾਜਰਾ ਨੇ, ਭੁੰਦੜ ਨੇ ਸੰਗਰੂਰ ਦੇ ਵਿੱਚ ਕੋਈ ਬੰਦੀ ਸਿੰਘ ਖੜਾ ਨਹੀਂ ਕੀਤਾ ਹੈਗਾ। ਇਹ ਬੰਦੀ ਸਿੰਘਾਂ ਦੀ ਗੱਲ ਕਰਦੇ ਹੈ। ਇਸ ਕਰਕੇ ਸਾਡੀ ਪਾਰਟੀ ਕਹਿੰਦੀ ਹੈ ਕਿ ਜਿਹੜੀ SGPC ਦੀ ਪ੍ਰਧਾਨਗੀ ਹੈ, ਧਾਮੀ ਸਾਹਿਬ ਤੁਸੀਂ ਇਹਨੂੰ ਛੱਡ ਕੇ ਹਵਾੜਾ ਸਾਹਿਬ ਨੂੰ, ਭੁੱਲਰ ਨੂੰ SGPC ਦਾ ਪ੍ਰਧਾਨ ਬਣਾਓ। ਅਕਾਲ ਤਖਤ ਦਾ ਜਥੇਦਾਰ ਹਵਾੜਾ ਸਾਹਿਬ ਬਣਾਓ, ਜਿਹੜਾ ਸਰਬੱਤ ਖਾਲਸੇ ਦੇ ਵਿੱਚ ਐਲਾਨ ਹੋ ਗਿਆ ਸੀ। ਔਰ ਦਮਦਮੀ ਟਕਸਾਲ ਦਾ ਪ੍ਰਧਾਨ ਆਪਣਾ ਲਾਹੌਰੀਆ ਸਾਹਿਬ, ਜਿਹੜਾ 30 ਸਾਲ ਜੇਲ੍ਹ ਕੱਟ ਕੇ ਆਇਆ, ਉਸ ਨੂੰ ਦਮਦਮੀ ਸਾਲ ਦਾ ਜਥੇਦਾਰ ਬਣਾਇਆ ਜਾਵੇ। ਹੁਣ ਪਿੱਛੇ ਨਾ ਹਟਿਓ। ਧੁੰਮਾ ਸਾਹਿਬ, ਸੁਖਬੀਰ ਸਿੰਘ ਜੀ, ਧਾਮੀ ਸਾਹਿਬ ਜੀ, ਚੰਦੂ ਮਾਜਰਾ ਜੀ, ਭੁੰਦੜ ਸਾਹਿਬ, ਤੁਸੀਂ ਬੰਦੀਆਂ ਦੀ ਗੱਲ ਕਰਨ ਆਏ ਹੋ। ਹੁਣ ਜਿਹੜੀ ਕੌਮ ਦੀ ਆਵਾਜ਼ ਹੈ ਕਿ ਬੰਦੀਆਂ ਨੂੰ SGPC, ਦਮਦਮੀ ਟਕਸਾਲ ਤਖਤ ਦਾ ਜਥੇਦਾਰ ਬਣਾਇਆ ਜਾਵੇ, ਇਸ ਨੂੰ ਪੂਰਾ ਕਰੋ। ਕਿਉਂ ਕਰਕੇ ਤੁਸੀਂ ਨਜਾਇਜ਼ SGPC ਤੇ ਬੈਠੇ ਹੋ। ਇਹਦੀ ਮਿਆਦ 5 ਸਾਲ ਹੁੰਦੀ ਹੈ, ਪਰ 11 ਸਾਲ ਤੋਂ SGPC ਦੇ ਇਲੈਕਸ਼ਨ ਨਹੀਂ ਹੋ ਰਹੇ। ਤੁਸੀਂ ਸਾਰਿਆਂ ਨੇ ਨਜਾਇਜ਼ ਕਬਜ਼ੇ ਕੀਤੇ ਹੈ, ਹੇਰਾ ਫੇਰੀਆਂ ਹੋਈਆਂ ਬਰਗਾੜੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ, ਨਾਲ ਦੇ ਪਿੰਡ 2 ਸਿੰਘ ਸ਼ਹੀਦ ਕਰਵਾਏ ਹੈ, ਸੈਣੀ ਤੋਂ ਤੇ ਰਾਮ ਰਹੀਮ ਨੂੰ। ਔਰ ਕੋਟਕਪੂਰੇ ਤੁਸੀਂ ਗੋਲੀਆਂ ਤੇ ਲਾਠੀ ਚਾਰਜ ਕਰਾਏ ਹੈ। ਉੱਥੇ ਬੈਠੇ ਸਿੱਖਾਂ ਨੂੰ 328 ਸਰੂਪ ਮਹਾਰਾਜ ਦੇ ਤੁਸੀਂ ਪਤਾ ਨਹੀਂ ਚਰਵਾ ਦਿੱਤੇ ਹੈ ਜਾਂ ਨਿਰੰਕਾਰੀਆਂ ਨੂੰ ਦੇ ਦਿੱਤੇ ਹੈ, ਜਾਂ ਤੁਸੀਂ ਨਾਗਪੁਰ RSS ਨੂੰ ਦੇਤੇ ਹੈ। ਇਹ ਸਿੱਖ ਕੌਮ ਤੋਂ ਸਫਾਈ ਚਾਹੁੰਦੀ ਹੈ।
कि कित्थे ने सारे ਸਰੂਪ ਜਿਹੜਾ ਕੰਮ ਆਰੰਭ ਕਰੀਏ ਧਾਮੀ ਸਾਹਿਬ ਬਾਦਲ ਸਾਹਿਬ ਉਸ ਨੂੰ ਸਮਾਪਤ ਕਰਨਾ ਪੈਂਦਾ ਹੈ। ਅੱਜ ਕੌਮ ਨੇ ਕਹਿਤਾ ਕਿ ਭੁੱਲਰ ਐਸਸੀਪੀਸੀ ਦਾ ਪ੍ਰਧਾਨ ਬਣੇ, ਹਵਾੜਾ ਅਕਾਲ ਤਖਤ ਦਾ ਪ੍ਰਧਾਨ ਬਣੇ, ਲੋਹਾਰੀਆ ਸਾਹਿਬ ਦਮਦਮੀ ਸਾਹਿਬ ਦਾ ਜਥੇਦਾਰ ਬਣੇ, ਟਕਸਾਲ ਦਾ ਜਥੇਦਾਰ ਬਣੇ। ਸੋ ਇੰਨੀਆਂ ਗੱਲਾਂ ਮੈਂ ਕੀਤੀ ਹੈ। ਸਿੱਖ ਕੌਮ ਖਾਲਿਸਤਾਨ ਅਮਨ ਪਸੰਦ ਤਰੀਕੇ ਦੇ ਨਾਲ ਜਮਹੂਰੀਅਤ ਢਾਂਚੇ 'ਚ ਰਹਿ ਕੇ ਕਰਨਾ ਚਾਹੁੰਦੀ ਹੈ ਤੇ ਮੈਂ ਸਾਰੀ ਅਪੀਲ ਕਰਦਾ ਕਿ ਮੈਨੂੰ ਕੈਂਡੀਡੇਟ ਸੰਗਰੂਰ ਤੋਂ ਚੁਣਿਆ ਗਿਆ। ਜੇ ਮੇਰੀ ਸਫਲਤਾ ਹੁੰਦੀ ਹੈ ਤਾਂ ਫਿਰ ਪੰਜਾਬ ਤੇ ਕੌਮ ਦੀ ਸਫਲਤਾ ਹੋਊਗੀ। ਦਿੱਲੀ ਜਿਸ ਨੇ ਜ਼ਬਰ ਕੀਤੇ ਹੈ ਉਹਦੀ ਹੋਊਗੀ ਹਾਰ। ਸੋ ਸੰਗਰੂਰ ਦੇ ਮੈਦਾਨ ਦੇ ਉੱਤੇ ਕੱਸ ਕੇ ਉੱਥੇ ਸਾਰੇ ਜਾਣੇ ਪਹੁੰਚਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। IBN 7 खबरनामा, हर खबर सच के साथ।